ਇਹ ਜਿਹੜੇ ਧਰਨਿਆਂ ਤੇ ਬੈਠੇ ਨੇ ਇਹ ਦਲਾਲ ਨੇ, ਸਾਡੀਆਂ ਧੀਆਂ ਭੈਣਾਂ ਬੱਚੇ ਨੌਜਵਾਨ ਜਿਹੜੀ ਠੰਡ ਆ ਉਹ 'ਚ ਬੈਠੇ ਆ ਤੇ ਸਾਨੂੰ ਦਲਾਲ ਦੱਸਣ ਬੀਜੇਪੀ ਵਾਲੇ। ਤੁਸੀਂ ਜਾਣ ਕੇ ਸਾਡੇ ਸਾਰੇ ਆਰਡਰ ਕੈਂਸਲ ਕਰਾਏ ਵਪਾਰੀਆਂ ਦੇ, 20,000 ਕਰੋੜ 'ਚ ਸਾਡਾ ਵਪਾਰੀ ਮਾਰਿਆ ਗਿਆ। ਖਬਰ ਲੈਂਦੇ ਹਾਂ ਚੰਡੀਗੜ੍ਹ ਤੋਂ। ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਨੱਡਾ ਦੇ ਉੱਪਰ ਸ਼ਬਦੀ ਹਮਲੇ ਕੀਤੇ ਨੇ ਔਰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨੱਡਾ ਜਦੋਂ ਤੱਕ ਕਿਸਾਨਾਂ ਨੂੰ ਕਹੇ ਦਲਾਲ ਸ਼ਬਦ ਵਾਪਸ ਨਹੀਂ ਲੈ ਲੈਂਦਾ ਉਦੋਂ ਤੱਕ ਪੰਜਾਬ ਵਿੱਚ ਵੜਨ ਨਹੀਂ ਦੇਵਾਂਗੇ। ਇਹ ਰਵਨੀਤ ਸਿੰਘ ਬਿੱਟੂ ਨੇ ਕਿਹਾ। ਨੱਡਾ ਕਿਸਾਨਾਂ ਦੀ ਲੁੱਟ ਦਾ ਸੌਦਾ ਕਰ ਭਾਜਪਾ ਕਾਰਪੋਰੇਟ ਘਰਾਣਿਆਂ ਤੋਂ ਆਲੀਸ਼ਾਨ ਦਫ਼ਤਰ ਵੀ ਬਣਾ ਰਹੀ ਹੈ। ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜਾ ਆਰੋਪ ਪ੍ਰਤੀ ਆਰੋਪ ਹੈ ਉਹਨਾਂ ਦਾ ਸਿਲਸਿਲਾ ਹੈ। ਜੇਕਰ ਚੰਡੀਗੜ੍ਹ ਤੋਂ ਗੱਲ ਕਰੀਏ ਕਿ ਲੁਧਿਆਣੇ ਤੋਂ MP ਰਵਨੀਤ ਸਿੰਘ ਬਿੱਟੂ ਨੇ ਭਾਜਪਾ ਪ੍ਰਧਾਨ JP ਨੱਡਾ ਤੇ ਫਿਰ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਖਿਲਾਫ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦੇ ਰਹੇ ਕਿਸਾਨਾਂ ਨੂੰ ਦਲਾਲ ਕਹਿਣ ਵਾਲਾ ਨੱਡਾ ਜਦੋਂ ਤੱਕ ਆਪਣੇ ਕਹੇ ਹੋਏ ਸ਼ਬਦ ਵਾਪਸ ਨਹੀਂ ਲੈ ਲੈਂਦਾ ਉਦੋਂ ਤੱਕ ਉਸ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਵਾਂਗੇ। MP ਬਿੱਟੂ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਆਲੀਸ਼ਾਨ ਦਫ਼ਤਰ ਖੋਲੇ ਜਾ ਰਹੇ ਨੇ। ਉਹ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨ ਦੀ ਲੁੱਟ ਦਾ ਸੌਦਾ ਕਰਕੇ ਬਣਾਏ ਜਾ ਰਹੇ ਨੇ। ਜੇਕਰ JP ਨੱਡਾ ਇਹਨਾਂ ਦਫ਼ਤਰਾਂ ਦਾ ਉਦਘਾਟਨ ਕਰਨ ਲਈ ਪੰਜਾਬ ਆਉਂਦਾ ਹੈ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਜਿਹੜੇ ਦੇਸ਼ ਦੇ ਕੋਨੇ-ਕੋਨੇ ਤੇ ਆਲੀਸ਼ਾਨ ਦਫ਼ਤਰ ਬਣਾ ਰਹੇ ਹਨ ਜਿਸ ਦੇ ਵਿੱਚ ਪੰਜਾਬ ਦੇ 11 ਦਫ਼ਤਰ ਸ਼ਾਮਲ ਹਨ, ਉਹਨਾਂ ਨੂੰ ਜੋ ਸੰਗੇ ਮਰਮਰ ਲਾਇਆ ਜਾ ਰਿਹਾ ਹੈ ਉਹ ਅੰਬਾਨੀ ਤੇ ਅੰਡਾਨੀ ਵੱਲੋਂ ਪੰਜਾਬ ਦੇ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਦਾ ਖੂਨ ਚੂਸ-ਚੂਸ ਕੇ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਪਰਿਵਾਰਾਂ ਸਮੇਤ ਸੜਕਾਂ ਤੇ ਠੰਡ 'ਚ ਧਰਨੇ ਮਾਰ ਰਹੇ ਹਨ ਪਰ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਉਹਨਾਂ ਨੂੰ ਦਲਾਲ ਸ਼ਬਦ ਕਹਿ ਕੇ ਸੰਬੋਧਿਤ ਕਰ ਰਹੇ ਨੇ। ਇਸ ਲਈ ਪੰਜਾਬ ਦੀ ਜਾਗਦੀ ਜ਼ਮੀਰ ਵਾਲੇ ਲੋਕ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਸੂਬੇ ਦੇ ਅੰਦਰ ਦਾਖਲ ਨਹੀਂ ਹੋਣ ਦੇਣਗੇ। MP ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਾਜਪਾ ਆਗੂਆਂ ਤੇ ਰੇਲ ਮੰਤਰੀ ਨੇ ਖੇਤੀਬਾੜੀ ਆਰਡੀਨੈਂਸ ਨਾ ਮੰਨਣ ਤੇ ਪੰਜਾਬ ਤੋਂ ਬਦਲਾ ਲੈਣ ਲਈ ਜਾਣਬੁੱਝ ਕੇ ਮਾਲ ਗੱਡੀਆਂ ਨਹੀਂ ਭੇਜੀਆਂ ਅਤੇ ਦੀਵਾਲੀ ਦੇ ਤਿਉਹਾਰ ਦੌਰਾਨ ਵਪਾਰੀਆਂ ਦਾ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਉੱਥੇ ਕੋਇਲਾ ਨਾ ਭੇਜ ਕੇ ਬਿਜਲੀ ਸਪਲਾਈ ਜਿਹੜੀ ਹੈ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਕੀਤੀ ਗਈ ਹੈ। ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਕਹੀ ਹੈ ਆਓ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਦੇਖੋ ਇੱਕ ਦੋ ਗੱਲਾਂ ਮੈਂ ਤੁਹਾਡੇ ਮੂਹਰੇ ਰੱਖਣੀਆਂ ਏ ਜੋ ਖਾਸ ਤੌਰ ਤੇ BJP ਦਾ ਪ੍ਰੋਗਰਾਮ ਆਇਆ ਜਾਂ ਇਹਨਾਂ ਦੇ ਜਿਹੜੇ ਇੰਚਾਰਜ ਨੇ ਨਵੇਂ ਲਾਏ ਉਹਨਾਂ ਨੇ ਬਿਆਨ ਦਿੱਤੇ ਆ ਤੇ ਤੀਜਾ ਇਹਨਾਂ ਦੇ ਜਿਹੜੇ 11 ਦਫ਼ਤਰ ਆਲੀਸ਼ਾਨ ਦਫ਼ਤਰ ਇਹ 11 ਦਾ ਉਦਘਾਟਨ ਕਰਨ ਜਾ ਰਹੇ ਆ। ਦੇਖੋ ਇਹ ਗੱਲ ਸਾਬਤ ਹੋ ਗਈ ਵੀ ਜਿਹੜੇ ਇਹ ਦਫ਼ਤਰ ਖੋਲ ਰਹੇ ਨੇ ਇਹ ਸਾਰੇ ਅੰਬਾਨੀ ਅਡਾਨੀ ਜਾਂ ਜਿਹੜੇ ਹੋਰ ਜਿਨ੍ਹਾਂ ਦੇ ਸੌਦਾ ਕੀਤਾ ਕਿਸਾਨਾਂ ਦਾ ਉਹ ਜਥੇਬੰਦੀਆਂ ਤੋਂ ਸੌਦਾ ਕਰਕੇ ਇਹ ਹਜ਼ਾਰਾਂ ਕਰੋੜ ਰੁਪਈਆ ਕਿਸਾਨਾਂ ਦਾ ਇਹਨਾਂ ਨੇ ਸੌਦਾ ਕਰਕੇ ਬਟੋਰਿਆ ਉਹਨਾਂ ਤੋਂ ਜਿਹੜੇ ਇਹ ਇੰਡਸਟਰੀਲਿਸਟ ਬੜੇ ਬੜੇ ਦੋ ਘਰਾਣੇ ਜਿਹੜੇ ਤੇ ਹਜ਼ਾਰਾਂ ਦੀ ਕਰੋੜ 'ਚ ਉਹ ਦਫ਼ਤਰ ਨੇ ਹਰ ਇੰਡੀਆ ਦੇ ਕੋਨੇ-ਕੋਨੇ 'ਚ ਦੇਸ਼ ਦੇ ਕੋਨੇ-ਕੋਨੇ 'ਚ ਜ਼ਿਲ੍ਹਿਆਂ 'ਚ ਦਫ਼ਤਰ ਬਣ ਰਹੇ ਆ ਤੇ 11 ਸਾਡੇ ਕਿਸਾਨਾਂ ਦਾ ਲਹੂ ਪੀ ਕੇ ਆੜਤੀਆਂ ਦਾ ਮਜ਼ਦੂਰਾਂ ਦਾ ਤੇ 20,000 ਕਰੋੜ ਜਿਹੜਾ ਟ੍ਰੇਨਾਂ ਦਾ ਬੰਦ ਕਰਕੇ ਸਾਡਾ ਨੁਕਸਾਨ ਵਪਾਰੀਆਂ ਦਾ ਕੀਤਾ ਤੇ ਉਹ ਇਹ ਇੱਥੇ ਦਫ਼ਤਰ ਖੋਲਣ ਜਾ ਰਹੇ ਆ ਤੇ ਜਿਹਦੇ ਵਿੱਚ ਸੰਗਮਰਮਰ ਲੱਗਿਆ, ਜਿਸ ਲਿਫਟਾਂ ਲੱਗੀਆਂ, ਹਰ ਫੈਸਿਲਿਟੀ ਆ ਜਿਹੜੀ ਉਹ ਤੇ ਹੁਣ ਨੱਡਾ ਸਾਹਿਬ ਦਾ ਮੇਰੀ ਕਈ ਗੱਲ ਕਰ ਰਹੇ ਸੀ ਵੀ ਡੈਮੋਕ੍ਰੇਸੀ 'ਚ ਲੋਕਤੰਤਰ 'ਚ ਸਭ ਨੂੰ ਹੱਕ ਆਉਣ ਦਾ ਜਾਣ ਦਾ ਬਿਲਕੁਲ ਸਹੀ ਗੱਲ ਤੇ ਜੇ ਨੱਡਾ ਸਾਹਿਬ ਨੂੰ ਅਸੀਂ ਹਰ ਪੰਜਾਬੀ ਜਿਹੜਾ ਗੈਰਤਮੰਦ ਪੰਜਾਬੀ ਆ ਜਿਹਦਾ ਜਿਉਂਦੀ ਆਵਾਜ਼ ਜਿਹਦੀ ਆਵਾਜ਼ ਬੁਲੰਦ ਆ ਜਿਹੜਾ ਜਿਉਂਦੀ ਜ਼ਮੀਰ ਰੱਖਦਾ ਉਹ ਹਰ ਕੋਈ ਪੰਜਾਬੀ ਇਹਦਾ ਵਿਰੋਧ ਕਰੂਗਾ। ਕਿਉਂਕਿ ਬਹੁਤ ਉੱਚੀ ਆਵਾਜ਼ ਇਹਨਾਂ ਦੇ ਪ੍ਰਧਾਨ ਨੱਡਾ ਸਾਹਿਬ ਨੇ ਸਾਨੂੰ ਕੀ ਕਿਹਾ, ਸਾਨੂੰ ਦਲਾਲ ਕਿਹਾ। ਇਹ ਜਿਹੜੇ ਧਰਨਿਆਂ ਤੇ ਬੈਠੇ ਨੇ ਇਹ ਦਲਾਲ ਨੇ, ਸਾਡੀਆਂ ਧੀਆਂ ਭੈਣਾਂ ਬੱਚੇ ਨੌਜਵਾਨ ਅੱਜ ਆ ਠੰਡ ਜਿਹੜੀ ਬਰਫ਼ ਹੰਡ ਪੱਜਣੀ ਜਿਹੜੀ ਠੰਡ ਆ ਉਹ 'ਚ ਬੈਠੇ ਆ ਤੇ ਸਾਨੂੰ ਦਲਾਲ ਦੱਸਣ BJP ਵਾਲੇ। ਤੇ ਇਹ ਕਿਵੇਂ ਹੋ ਸਕਦਾ ਪੰਜਾਬੀਆਂ ਨੂੰ ਦਲਾਲ ਦੱਸ ਕੇ? ਇਹ ਨੱਡਾ ਸਾਹਿਬ ਹਿਮਾਚਲ ਸਾਤੋਂ ਹੀ ਅਲੱਗ ਹੋ ਕੇ ਬਣਿਆ ਹੈ।
ਪੰਜਾਬ ਦਾ ਹਿੱਸਾ ਸੀ, ਤੁਸੀਂ ਤਾਂ ਜਾਣਦੇ ਹੋ ਪੰਜਾਬ ਦਾ ਵਿਰਸਾ, ਤੇ ਅਸੀਂ ਤੁਹਾਨੂੰ ਉਰੇ ਜੀ ਆਇਆਂ ਕਰੀਏ, ਵੈਲਕਮ ਕਰੀਏ। ਬਿਲਕੁਲ ਨਹੀਂ, ਹਰ ਪੰਜਾਬੀ ਤੁਹਾਡਾ ਡਟ ਕੇ ਵਿਰੋਧ ਕਰੂਗਾ ਤੇ ਜਿੰਨਾ ਹੋ ਸਕੂ ਉਨਾ ਕਰਾਂਗੇ, ਜਿਸ ਤਰੀਕੇ ਨਾਲ ਹੋ ਸਕੂ ਉਨਾ ਕਰਾਂਗੇ। ਤੁਸੀਂ ਸਾਡੇ ਪੰਜਾਬ ਦੇ ਕਿਸਾਨ ਨੂੰ ਬਾਰਡਰ ਟੱਪਣ ਦਿੰਦੇ ਹੋ, ਪੰਜਾਬ ਦਾ ਹਰਿਆਣੇ ਦਾ, ਤੁਸੀਂ ਦਿੱਲੀ ਜਾਣ ਦਿੰਦੇ ਹੋ ਸਾਡੇ ਕਿਸਾਨ ਨੂੰ। ਅਸੀਂ ਹੱਥ ਜੋੜ ਕੇ ਤੁਹਾਡੇ ਰੇਲਵੇ ਮੰਤਰੀ ਮੂਹਰੇ ਗਏ ਵੀ ਆ ਤਿਉਹਾਰਾਂ ਦੇ ਦਿਨ ਨੇ, ਸਾਡੇ ਖਾਦ ਆ ਲੈਣ ਦਿਓ, ਸਾਡੇ ਕੋਲਾ ਆ ਲੈਣ ਦਿਓ। ਅਸੀਂ ਵੀ ਚਾਹੁੰਦੇ ਹਾਂ ਸਾਡੇ ਰੋਸ਼ਨੀ ਹੋਵੇ, ਅਸੀਂ ਵੀ ਚਾਹੁੰਦੇ ਹਾਂ ਸਾਡੇ ਇੰਡਸਟਰੀਅਲਿਸਟ ਨੇ ਜਿਹੜੇ ਛੋਟੇ ਵੱਡੇ, ਉਹਨਾਂ ਦਾ ਸਮਾਨ ਕਿਤੇ ਦੇਸ਼ ਦੇ ਕੋਨੇ 'ਚ ਜਿਹੜੇ ਉਹਨਾਂ ਦੇ ਆਰਡਰ ਨੇ ਉਹ ਜਾ ਸਕਣ। ਪਰ ਤੁਸੀਂ ਜਾਣ ਕੇ ਸਾਡੇ ਸਾਰੇ ਆਰਡਰ ਕੈਂਸਲ ਕਰਾਏ ਵਪਾਰੀਆਂ ਦੇ। 20,000 ਕਰੋੜ 'ਚ ਸਾਡਾ ਵਪਾਰੀ ਮਾਰਿਆ ਗਿਆ। ਹਰ ਚਾਹੇ ਉਹ ਸਾਈਕਲ ਤੋਂ ਲੈ ਕੇ ਸੂਈ ਤੱਕ ਸਾਡੇ ਆਰਡਰ ਕੈਂਸਲ ਹੋ ਗਏ। ਤੇ ਆਹੀ ਦਿਨ ਹੁੰਦੇ ਆ ਵਪਾਰੀਆਂ ਦੇ, ਜਿਹੜੇ ਦੀਵਾਲੀ ਦੇ ਦਿਨ, ਦੇ ਦੁਸਹਿਰੇ ਦੇ ਦਿਨ, ਬਈਆ ਦੂਜ ਦੇ ਦਿਨ, ਜਿਹਦੇ 'ਚ ਤਿਉਹਾਰ ਦੇ ਦਿਨ ਖਰੀਦੋ ਖਰੋਪਤ ਹੋਣੀ ਹੁੰਦੀ। ਤੁਸੀਂ ਬਦਲਾ ਲਿਆ ਸਾਤੋਂ ਵੀ ਅਸੀਂ ਮੋਦੀ ਸਾਹਿਬ ਦੇ ਜਿਹੜੇ ਬਿੱਲ 3 ਬਣਾਏ ਨੇ ਉਹਦੇ ਅਗੇਂਸਟ ਅਸੀਂ ਕਿਵੇਂ ਆਵਾਜ਼ ਉਠਾਈ। ਸਾਨੂੰ ਨਹੀਂ ਬਿੱਲ ਠੀਕ, ਸਾਡੇ ਲਈ ਐਂ ਲੱਗਦਾ ਵੀ ਸਾਨੂੰ ਉਹ ਬਿੱਲ, ਸਾਨੂੰ ਸਾਡੀ ਜ਼ਮੀਨ ਖੋ ਕੇ ਅਡਾਨੀ ਅਬਾਨੀਆਂ ਦੇ ਹੱਥ ਕਰ ਰਹੇ ਆ। ਤੇ ਤੁਹਾਡਾ ਇੰਚਾਰਜ ਕਹਿ ਰਿਹਾ 117 ਟਿਕਟਾਂ ਸਾਡੇ ਲਾਈਨਾਂ ਲੱਗੀਆਂ ਏ। ਇਹ ਭਾਈ ਸਾਹਿਬ ਜਿਹੜਾ ਇੱਕ MP ਬਣਿਆ ਤੁਹਾਡਾ ਬੰਬੇ ਤੋਂ ਲਿਆ ਕੇ, ਉਹ MP ਗੁਰਦਾਸਪੁਰ ਵਾਲਿਆਂ ਨੂੰ ਤਾਂ ਲੱਭ ਕੇ ਲਿਆ ਦਿਓ ਪਹਿਲਾਂ। 117 ਤਾਂ ਤੁਸੀਂ ਲੜਦੇ ਸੀ, ਇੱਕ ਬਹੁਤ ਛੋਟਾ ਧਿਰ ਅਕਾਲੀ ਦਲ ਦੇ ਮੋਢਿਆਂ ਤੇ ਉਹ ਇਲੈਕਸ਼ਨ ਲੜਦੇ ਲੁੱਟਦੇ ਸੀ, ਨਜ਼ਾਰੇ ਲੈਂਦੇ ਸੀ ਤੁਸੀਂ। ਬੇਅਦਬੀਆਂ ਤੁਸੀਂ ਗੁਰੂਆਂ ਦੀਆਂ, ਤੁਹਾਡੇ RSS ਏਜੰਡੇ ਨੇ ਅਕਾਲੀ ਦਲ ਤੋਂ, ਤੇ ਤੁਸੀਂ ਰਲ ਕੇ ਕਰਾਈਆਂ। ਤੇ ਚਿੱਟਾ ਤੁਸੀਂ ਘਰ ਤੁਸੀਂ ਸਾਡੇ ਅਕਾਲੀਆਂ ਨਾਲ ਰਲ ਕੇ ਬੱਚਿਆਂ ਦੇ ਮੂੰਹਾਂ 'ਚ ਪਾਇਆ। ਤੇ ਤੁਹਾਨੂੰ ਇੱਥੇ ਕੈਂਡੀਡੇਟ ਲੱਭ ਜਾਣਗੇ। ਹੁਣ ਕਿਸਾਨਾਂ ਦੇ ਬਿੱਲ ਜਦੋਂ ਪਾਸ, ਅਸੀਂ ਰੱਦੀ 'ਚ ਟੋਕਰੀ ਸਿੱਟਣੇ ਤੁਹਾਡੇ ਪਾਸ ਕੀਤੇ, ਦੋਨੋਂ ਤੁਹਾਡੇ BJP ਦੇ MLA ਉੱਥੋਂ ਭਗੌੜੇ ਸੀਗੇ। ਤੇ ਨੱਡਾ ਸਾਹਿਬ, ਜਿੰਨਾ ਚਿਰ ਤੁਸੀਂ ਦਲਾਲ ਸ਼ਬਦ ਕਿਹਾ ਵਾਪਸ ਨਹੀਂ ਲਓਗੇ, ਉਨਾ ਚਿਰ ਤੁਹਾਡੀ ਪੰਜਾਬ 'ਚ ਐਂਟਰੀ ਹਰ ਪੰਜਾਬੀ ਨਹੀਂ ਹੋਣ ਦਊਗਾ। ਅਸੀਂ ਗੈਰਤਮੰਦ ਲੋਕ ਹਾਂ, ਸਾਨੂੰ ਆਪਣੀ ਇੱਜ਼ਤ ਦੀ ਰਾਖੀ ਕਰਨੀ ਆਉਂਦੀ ਆ। ਤੁਹਾਡੇ BJP ਵਾਲੇ ਅੱਗੇ ਜਿਹੜੇ ਲੀਡਰ ਨੇ, ਇਹਨਾਂ ਨੇ ਨੈਕਸਲਾਈਟ ਕਿਹਾ ਸਾਨੂੰ, ਅਰਬਨ ਨੈਕਸਲ ਕਿਹਾ ਸਾਨੂੰ, ਤੇ ਹੁਣ ਭੱਜੇ ਹੋਏ ਆ, ਭਗੌੜੇ ਆ। ਤੇ ਵਰਚੁਅਲ ਉਦਘਾਟਨ ਨਾਲ ਜਿੰਨੇ ਮਰਜ਼ੀ ਜੀ ਸਦਕੇ ਤੁਸੀਂ ਕਰੀ ਜਾਓ, ਪਰ ਜਿੱਦਣ ਉਰੇ ਆਓਗੇ 100% ਡਟ ਕੇ ਵਿਰੋਧ ਕਰਾਂਗੇ, ਹਰ ਹੱਦ ਤੱਕ ਕਰਾਂਗੇ। ਤੇ ਉਦੋਂ ਪਹਿਲਾਂ ਆ ਜਿਹੜਾ ਕਿਸਾਨਾਂ ਦਾ 26 ਤੇ 27 ਦਾ ਐਜੀਟੇਸ਼ਨ ਆ, ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ, ਜਿਵੇਂ ਮਰਜ਼ੀ ਟਰੈਕਟਰਾਂ ਤੇ, ਗੱਡੀਆਂ ਤੇ, ਕੱਚੇ ਰਾਹਾਂ 'ਚ, ਖੇਤਾਂ ਦੇ ਵਿੱਚੋਂ ਹੋ ਜਾਓ। ਆਪਾਂ ਤਾਂ ਪਾਕਿਸਤਾਨ ਤੇ ਚੀਨ ਦੀਆਂ ਗੋਲੀਆਂ ਰੋਕਦੇ ਆ, ਆਪਾਂ ਨੂੰ ਕਿੱਥੇ ਰੋਕ ਲੈਣਗੇ। ਤੇ ਸਾਰੇ 26-27 ਨੂੰ ਦਿੱਲੀ ਪਹੁੰਚੋ, ਉੱਥੇ ਬੈਠ ਕੇ, ਉੱਥੇ ਗੱਡੀਏ ਆਪਣਾ ਜਾ ਕੇ ਝੰਡਾ ਉਹ ਕੇਸਰੀ, ਤੇ ਇਹਨਾਂ ਦੀਆਂ ਅੱਖਾਂ ਖੁੱਲਣ, ਤੇ ਸਾਰੇ ਵਹੀਰਾਂ ਕਤਲੋ 26-27 ਨੂੰ, ਸਭ ਪਾਰਟੀਬਾਜੀ ਭੁੱਲ ਕੇ, ਉਦੋਂ ਉੱਤੇ ਉੱਠ ਕੇ ਕਿਸਾਨਾਂ ਦੇ ਲਈ ਜਿੰਨਾ ਕੁਛ ਕਰ ਹੁੰਦਾ, ਇਹ ਖੇਤੋਂ ਖੇਤ ਹੋ ਲੋ, ਤੁਰ ਪੋ ਉਧਰ ਨੂੰ। ਤੇ ਨੱਡਾ ਸਾਹਿਬ ਪ੍ਰਧਾਨ ਨੂੰ ਬਿਲਕੁਲ ਪੰਜਾਬ 'ਚ ਨਹੀਂ ਵੜ ਦਿੰਦੇ। ਇਸ ਦਾ ਕੋਈ ਬੁਰਾ ਮੰਨੇ ਚੰਗਾ ਮੰਨੇ, ਡੈਮੋਕ੍ਰੈਟਿਕਲੀ ਜਿਸ ਤੋਂ ਤਰੀਕਾ ਉਵੇਂ ਵਿਰੋਧ ਕਰਾਂਗੇ। ਬਿਲਕੁਲ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ, ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ
ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।